ਮੌਜੂਦਾ ਕੂਟਨੀਤਿਕ ਸੰਕਟ ਦਰਮਿਆਨ ਕੈਨੇਡਾ ਨੇ ਫਿਰ ਤੋਂ ਅਜਿਹੀ ਕਾਰਵਾਈ ਕੀਤੀ ਹੈ ਜਿਸ ਨਾਲ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿੱਚ ਹੋਰ ਖਟਾਸ ਆ ਸਕਦੀ ਹੈ। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਇੱਕ ਅਧਿਕਾਰਤ ਦਸਤਾਵੇਜ਼ ਵਿੱਚ ਪਹਿਲੀ ਵਾਰ ਭਾਰਤ ਨੂੰ ਦੁਸ਼ਮਣ ਦੇਸ਼ ਦੀ ਸੂਚੀ ਵਿੱਚ ਸ਼ਾਮਲ ਕੀਤਾ। ਕੈਨੇਡਾ ਦੇ ਇਸ ਫੈਸਲੇ ਪਿੱਛੇ ਸਵਾਲ ਉੱਠਣ ਲੱਗੇ ਹਨ ਕਿ ਇੱਥੇ ਆਏ ਭਾਰਤੀਆਂ ਲਈ ਹਾਲਾਤ ਔਖੇ ਹੋ ਸਕਦੇ ਹਨ। ਇਸ ਤੋਂ ਇਲਾਵਾ ਭਾਰਤੀਆਂ ਨੂੰ ਵੀਜ਼ੇ ਵਿੱਚ ਵੀ ਮੁਸ਼ਕਿਲਾਂ ਆ ਸਕਦੀਆਂ ਹਨ। ਇਹ ਵੀ ਚਰਚਾ ਹੈ ਕਿ ਕੈਨੇਡਾ ਵਿੱਚ ਗਏ ਭਾਰਤੀਆਂ ਨੂੰ PR ਮਿਲਣ ਵਿੱਚ ਔਖੀ ਹੋ ਸਕਦੀ ਹੈ। ਪਿਛਲੇ ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਸਰਕਾਰ ਤੇ ਕੈਨੇਡਾ ਦੀ ਧਰਤੀ ਤੇ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ। ਇਸ ਦਾ ਸਭ ਤੋਂ ਵੱਧ ਅਸਰ ਇਮੀਗ੍ਰੇਸ਼ਨ ਉਦਯੋਗ ਉੱਤੇ ਪਿਆ। ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਕਰੀਬ 70% ਦੀ ਕਮੀ ਆਈ ਹੈ। ਕੈਨੇਡਾ ਜਾਣ ਵਾਲੇ ਜ਼ਿਆਦਾਤਰ ਲੋਕ ਪੰਜਾਬੀ ਹਨ। ਅਜਿਹੇ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਕੈਨੇਡਾ ਜਾ ਕੇ ਆਪਣਾ ਭਵਿੱਖ ਬਣਾਉਣ ਦੇ ਚਾਹਵਾਨ ਵਿਦਿਆਰਥੀਆਂ ਨੇ ਕੈਨੇਡਾ ਦੀ ਬਜਾਏ ਕੋਈ ਹੋਰ ਵਿਕਲਪ ਲੱਭਣਾ ਸ਼ੁਰੂ ਕਰ ਦਿੱਤਾ ਹੈ। ਮਾਹਿਰਾਂ ਅਨੁਸਾਰ ਕੈਨੇਡਾ ਦੇ ਵੀਜ਼ਿਆਂ ਵਿੱਚ ਆਈ ਗਿਰਾਵਟ ਦੋਵਾਂ ਮੁਲਕਾਂ ਵਿਚਾਲੇ ਪੈਦਾ ਹੋਈ ਕੁੜੱਤਣ ਕਾਰਨ ਹੀ ਹੈ। ਦੂਜਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਕੈਨੇਡਾ ਨੇ ਆਪਣੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਦਾਖਲੇ ਲਈ GIC ਖਾਤੇ ਦੀ ਰਕਮ ਦੁੱਗਣੀ ਕਰ ਦਿੱਤੀ ਹੈ, ਜਿਹੇ ਵਿੱਚ ਭਾਰਤੀ ਵਿਦਿਆਰਥੀ ਫਿਲਹਾਲ ਕੈਨੇਡਾ ਦੀ ਬਜਾਏ ਹੋਰ ਵਿਕਲਪਾਂ ਦੀ ਤਲਾਸ਼ ਕਰ ਰਹੇ ਹਨ। ਦਰਅਸਲ ਕੈਨੇਡਾ ਸਰਕਾਰ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਭਾਰਤ ਨੂੰ ਚੀਨ, ਰੂਸ, ਈਰਾਨ ਅਤੇ ਉੱਤਰੀ ਕੋਰੀਆ ਦੇ ਨਾਲ ਇੱਕ ਹੋਰ ਰਾਜ ਵਿਰੋਧੀ ਸੂਚੀਬੱਧ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਕੂਟਨੀਤਿਕ ਤਣਾਅ ਤੋਂ ਬਾਅਦ ਭਾਰਤ ਪੱਖੀ ਐਕਟਿਵਿਸਟ ਗਰੁੱਪ ਉੱਤੇ ਕੈਨੇਡੀਅਨ ਵੈਬਸਾਈਟਾਂ ਤੇ ਸਾਈਬਰ ਹਮਲਿਆਂ ਦਾ ਦੋਸ਼ ਲੱਗਾ ਹੈ। ਕੈਨੇਡਾ ਸਰਕਾਰ ਨੇ ਪਹਿਲੀ ਵਾਰ ਦੇਸ਼ ਦੇ ਸਾਈਬਰ ਸੁਰੱਖਿਆ ਕੇਂਦਰ ਦੁਆਰਾ ਪ੍ਰਕਾਸ਼ਿਤ ਆਪਣੇ ਰਾਸ਼ਟਰੀ ਸਾਈਬਰ ਖਤਰੇ ਦੇ ਮੁਲਾਂਕਣ 2025-26 ਵਿੱਚ ਭਾਰਤ ਨੂੰ ਪ੍ਰਤੀਕੂਲ ਵਜੋਂ ਚਿੰਨ੍ਹਿਤ ਕੀਤਾ ਹੈ। ਅਮਰੀਕਾ ਵਿੱਚ ਅਗਲੇ ਹਫ਼ਤੇ ਹੋਣ ਵਾਲੀਆਂ ਆਮ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਡੋਨਲਡ ਟਰੰਪ ਨੇ ਆਪਣੀ ਵਿਰੋਧੀ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀਆਂ ਆਰਥਿਕ ਨੀਤੀਆਂ ਨੂੰ ਤਬਾਹ ਕਰਾਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਉਹ ਚੋਣ ਜਿੱਤ ਜਾਂਦੇ ਹਨ ਤਾਂ ਉਹ ਨਵੇਂ ਆਰਥਿਕ ਚਮਤਕਾਰ ਕਰਨਗੇ। ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉਤਪਾਦਾਂ ਦੇ ਨਿਰਮਾਣ ਅਤੇ ਉਹਨਾਂ ਦੀ ਖਰੀਦ ਨੂੰ ਉਤਸ਼ਾਹਿਤ ਕਰਨ ਅਤੇ ਅਮਰੀਕੀ ਲੋਕਾਂ ਨੂੰ ਨੌਕਰੀਆਂ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਹੈ। ਟਰੰਪ ਨੇ ਮਿਸ਼ੀਗਨ ਦੀ ਡੀਟਰੋਇਟ ਵਿੱਚ ਇੱਕ ਚੋਣ ਰੈਲੀ ਵਿੱਚ ਕਿਹਾ ਕਿ ਅਸੀਂ ਕਮਲਾ ਹੈਰਿਸ ਦੁਆਰਾ ਲਿਆਂਦੀ ਆਰਥਿਕ ਤਬਾਹੀ ਨੂੰ ਖਤਮ ਕਰਾਂਗੇ, ਇੱਕ ਨਵੇਂ ਟਰੰਪ ਆਰਥਿਕ ਚਮਤਕਾਰ ਦੀ ਸ਼ੁਰੂਆਤ ਕਰਾਂਗੇ। ਉਹਨਾਂ ਦੋਸ਼ ਲਗਾਇਆ ਹੈ ਕਿ ਹੈਰਿਸ ਦੇ ਅਸਫਲ ਆਰਥਿਕ ਏਜੰਡੇ ਨੇ ਹਾਲ ਹੀ ਵਿੱਚ ਨਿੱਜੀ ਖੇਤਰ ਦੀਆਂ ਲਗਭਗ 30,000 ਨੌਕਰੀਆਂ ਅਤੇ ਪਿਛਲੇ ਕੁਝ ਸਮੇਂ ਵਿੱਚ ਨਿਰਮਾਣ ਖੇਤਰ ਦੀਆਂ ਲਗਭਗ 50,000 ਨੌਕਰੀਆਂ ਖਤਮ ਕਰ ਦਿੱਤੀਆਂ। ਟਰੰਪ ਨੇ ਦੋਸ਼ ਲਗਾਇਆ ਕਿ ਹੈਰਿਸ ਦੀਆਂ ਰਾਸ਼ਟਰ ਨੂੰ ਬਰਬਾਦ ਕਰਨ ਵਾਲੀਆਂ ਨੀਤੀਆਂ ਕਾਰਨ ਅਮਰੀਕੀ ਕਾਮੇ ਪੂਰੀ ਤਰ੍ਹਾਂ ਡੁੱਬ ਗਏ ਹਨ। ਉਹਨਾਂ ਅੱਗੇ ਕਿਹਾ ਕਿ ਮੈਂ ਯੂਕਰੇਨ ਵਿੱਚ ਜੰਗ ਖਤਮ ਕਰ ਦਿਆਂਗਾ, ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਇਹ ਕਦੇ ਜੰਗ ਸ਼ੁਰੂ ਨਾ ਹੁੰਦੀ। ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ। ਅੰਟਾਰੀਓ ਦੇ 1.5 ਕਰੋੜ ਲੋਕਾਂ ਨੂੰ $200 ਦਾ ਰਾਹ ਪੱਧਰਾ ਹੋ ਚੁੱਕਿਆ। ਇਸ ਤਰ੍ਹਾਂ ਦੀ ਇੱਕ ਵੱਡੀ ਖਬਰ ਪ੍ਰਕਾਸ਼ਿਤ ਹੋ ਰਹੀ ਹੈ। ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਸੂਬੇ ਦੇ ਲੋਕਾਂ ਨੂੰ $200 ਦੇ ਚੈੱਕ ਭੇਜਣ ਬਾਰੇ ਯੋਜਨਾ ਦਾ ਵਿਸਥਾਰ ਖੁਲਾਸਾ ਮੰਗਲਵਾਰ ਨੂੰ ਕਰ ਦਿੱਤਾ ਗਿਆ। ਬੱਚਿਆਂ ਤੋਂ ਲੈ ਕੇ ਵਡੇਰੀ ਉਮਰ ਤੱਕ ਦੇ ਹਰ ਵਸਨੀਕ ਨੂੰ ਇਹ ਰਕਮ ਮਿਲੇਗੀ ਜੋ ਸੂਬੇ ਵਿੱਚ ਸਮੇਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਤੇ ਵੱਲ ਸੰਕੇਤ ਦੇ ਰਹੀ ਹੈ। ਦੂਜੇ ਪਾਸੇ ਵਿਰੋਧੀ ਧਿਰ ਵੱਲੋਂ ਇਸ ਰਕਮ ਨੂੰ ਸਰਾਸਰ ਰਿਸ਼ਵਤਖੋਰੀ ਕਰਾਰ ਦਿੱਤਾ ਜਾ ਰਿਹਾ ਹੈ। ਸਕਾਰਬਰੋ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰੀਮੀਅਰ ਡਗ ਫੋਰਡ ਅਤੇ ਵਿੱਤ ਮੰਤਰੀ ਪੀਟਰ ਵੱਲੋਂ ਇਹ ਗੱਲ ਲੋਕਾਂ ਦੇ ਰਹਿਣ ਸਹਿਣ ਤੇ ਅਸਮਾਨ ਛੂੰਹਦੇ ਖਰਚਿਆਂ ਤੋਂ ਨਿਜਾਤ ਦਿਵਾਉਣ ਲਈ ਆਖੀ ਗਈ ਹੈ ਤੇ ਇਹ ਰਿਆਇਤ ਲਾਜ਼ਮੀ ਹੋ ਗਈ ਸੀ। ਅੰਟਾਰੀਓ ਦੇ ਕੋਨੇ-ਕੋਨੇ ਵਿੱਚ ਵਸਦੇ ਲੋਕ ਰੋਜ਼ਾਨਾ ਖਰਚੇ ਚਲਾਉਣ ਵਿੱਚ ਆ ਰਹੀਆਂ ਦਿੱਕਤਾਂ ਦਾ ਜ਼ਿਕਰ ਕਰ ਰਹੇ ਨੇ। ਇਸ ਦੇ ਮੱਦੇਨਜ਼ਰ ਲੋਕਾਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ। ਵਿੱਤ ਮੰਤਰਾਲੇ ਦਾ ਮੰਨਣਾ ਹੈ ਕਿ ਅਗਲੇ ਸਾਲ ਦੇ ਆਰੰਭ ਵਿੱਚ 4 ਜੀਆਂ ਵਾਲੇ ਇੱਕ ਪਰਿਵਾਰ ਨੂੰ $800 ਤੱਕ ਰਕਮ ਮਿਲ ਸਕਦੀ ਹੈ ਅਤੇ ਸਰਕਾਰੀ ਖਜ਼ਾਨੇ ਤੇ $3 ਅਰਬ ਦਾ ਬੋਝ ਪਵੇਗਾ। ਅੰਟਾਰੀਓ ਦੀ ਵਸੋਂ 1.5 ਕਰੋੜ ਦੇ ਨੇੜੇ ਬਣਦੀ ਆ ਅਤੇ ਇਸ ਹਿਸਾਬ ਨਾਲ ਸੂਬੇ ਦੇ ਹਰ ਵਸਨੀਕ ਨੂੰ $200 ਦੀ ਰਕਮ ਮਿਲੇਗੀ। ਪੱਤਰਕਾਰਾਂ ਵੱਲੋਂ $200 ਦੀ ਰਕਮ ਅਤੇ ਸਮੇਂ ਤੋਂ ਪਹਿਲਾਂ ਚੋਣਾਂ ਦਰਮਿਆਨ ਕੋਈ ਸੰਬੰਧ ਹੋਣ ਬਾਰੇ ਪੁੱਛੇ ਜਾਣ ਤੇ ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਇਹ ਰਕਮ ਉਹਨਾਂ ਟੈਕਸ ਪੇਅਰਸ ਨੂੰ ਵਾਪਸ ਕੀਤੀ ਜਾ ਰਹੀ ਹੈ ਜੋ ਆਪਣੀ ਜ਼ਿੰਦਗੀ ਅੱਗੇ ਵਧਾਉਣ ਦੇ ਲਈ ਸੰਘਰਸ਼ ਕਰ ਰਹੇ ਨੇ। ਇਸ ਦੌਰਾਨ ontario ਵਿੱਚ ਲਿਬਰਲ ਪਾਰਟੀ ਦੀ ਆਗੂ ਬੋਨੀ ਕਰੋਂਬੀ ਨੇ ਸਵਾਲ ਉਠਾਇਆ ਕਿ ਇਹ ਰਕਮ ਚੋਣਾਂ ਤੋਂ ਪਹਿਲਾਂ ਦਿੱਤੀ ਜਾ ਰਹੀ ਰਿਸ਼ਵਤ ਤਾਂ ਨਹੀਂ,
ਉਹਨਾਂ ਦੋਸ਼ ਲਾਇਆ ਕਿ ਪੀਸੀ ਪਾਰਟੀ ਦੀ ਸਰਕਾਰ ਤਰ੍ਹਾਂ ਦੇ ਹੱਥਕੰਡੇ ਵਰਤ ਕੇ ਦੇਖ ਰਹੀ ਹੈ, ਪਰ ਸੂਬੇ ਵਿੱਚ ਲਿਬਰਲ ਪਾਰਟੀ ਦੀ ਸਰਕਾਰ ਆਉਣ ਤੇ ਮੱਧ ਵਰਗੀ ਲੋਕਾਂ ਨੂੰ ਟੈਕਸ ਵਿੱਚ ਕਟੌਤੀ ਰਾਹੀਂ ਵੱਡੀ ਰਾਹਤ ਮੁਹੱਈਆ ਕਰਵਾਈ ਜਾਵੇਗੀ। ਉਧਰ ਐਨਡੀਪੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਹੈ ਕਿ ਸੂਬਾ ਸਰਕਾਰ ਆਰਥਿਕ ਸਹਾਇਤਾ ਦੇ ਚੈੱਕ ਰਾਹੀਂ ਲੋਕਾਂ ਦੀਆਂ ਇੱਛਾਵਾਂ ਖਰੀਦਣ ਦੇ ਯਤਨ ਕਰ ਰਹੀ ਹੈ, ਕਿਉਂਕਿ ਅਗਲੇ ਸਾਲ ਕਿਸੇ ਵੀ ਵੇਲੇ ਚੋਣਾਂ ਦਾ ਐਲਾਨ ਹੋ ਸਕਦਾ ਹੈ। ਉਹਨਾਂ ਅੱਗੇ ਕਿਹਾ ਕਿ ਮਹਿੰਗਾਈ ਵਿੱਚ ਫਸੇ ਲੋਕਾਂ ਨੂੰ ਰਾਹਤ ਦੇਣ ਦਾ ਇਹ ਕੋਈ ਤਰੀਕਾ ਨਹੀਂ ਹੈ। ਇਸ ਤਰੀਕੇ ਦੇ ਨਾਲ ਨਾ ਹੀ ਮਕਾਨ ਸਸਤੇ ਹੋਣਗੇ ਤੇ ਨਾ ਹੀ ਪਰਿਵਾਰਾਂ ਦੀਆਂ ਫੈਮਿਲੀ ਡਾਕਟਰ ਉਹਨਾਂ ਨੂੰ ਮਿਲਣਗੇ। ਦੂਜੇ ਪਾਸੇ ਗ੍ਰੀਨ ਪਾਰਟੀ ਦੇ ਆਗੂ ਮਾਈਕ ਸ਼ੈਰੀਨ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਅਮੀਰ ਲੋਕਾਂ ਨੂੰ ਵੀ ਸਹਾਇਤਾ ਰਾਸ਼ੀ ਦੇ ਚੈੱਕ ਭੇਜ ਰਹੀ ਹੈ, ਜਿਨ੍ਹਾਂ ਵਿੱਚ ਲਾਬਲਾ ਦੇ ਸਾਬਕਾ ਮੁੱਖ ਕਾਰਜਕਾਰੀ ਅਫਸਰ ਵੀ ਸ਼ਾਮਲ ਨੇ। ਪ੍ਰਿੰਟ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼। ਹੋਰ ਖਬਰਾਂ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ। ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣੀਆਂ, ਸੁਣਨੀਆਂ, ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ। ਕੈਨੇਡੀਅਨ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ 2025 ਤੇ 27 ਲਈ ਸਾਲਾਨਾ ਇਮੀਗ੍ਰੇਸ਼ਨ ਟੀਚਿਆਂ ਦਾ ਖੁਲਾਸਾ ਕੀਤਾ। 2025 ਤੋਂ ਸ਼ੁਰੂ ਹੋਣ ਵਾਲੇ ਅਸਥਾਈ ਅਤੇ ਸਥਾਈ ਨਿਵਾਸੀਆਂ ਦੇ ਦਾਖਲੇ ਨੂੰ ਘਟਾ ਦੇਵੇਗਾ। ਇਹ ਤਬਦੀਲੀ ਮਹਾਮਾਰੀ ਤੋਂ ਬਾਅਦ ਵਧੇ ਹੋਏ ਤੇ ਉਸ ਤੋਂ ਬਾਅਦ ਇਮੀਗ੍ਰੇਸ਼ਨ ਨੀਤੀ ਵਿੱਚ ਇੱਕ ਵੱਡੀ ਤਬਦੀਲੀ ਦੀ ਨਿਸ਼ਾਨਦੇਹੀ ਕਰਦੀ ਹੈ, ਜੋ ਕਿ ਸ਼ੁਰੂ ਵਿੱਚ ਮਜ਼ਦੂਰਾਂ ਦੀ ਘਾਟ ਨੂੰ ਦੂਰ ਕਰਨ ਲਈ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਇੱਕ ਰਣਨੀਤੀ ਵਜੋਂ ਤਿਆਰ ਕੀਤੀ ਗਈ ਸੀ। ਹਾਲਾਂਕਿ ਇਹ ਫੈਸਲੇ ਨਾਲ ਪ੍ਰਵਾਸੀ ਅਧਿਕਾਰ ਸਮੂਹਾਂ ਤੇ ਵਪਾਰਕ ਨੇਤਾਵਾਂ ਦੁਆਰਾ ਇੱਕ ਵਿਆਪਕ ਗੱਲਬਾਤ ਸ਼ੁਰੂ ਕਰਨ ਅਤੇ ਜੋ ਦਲੀਲ ਦਿੰਦੇ ਨੇ ਕਿ ਕਟੌਤੀ ਕਮਜ਼ੋਰ ਆਬਾਦੀ ਦੀ ਗਲਤ ਤਰੀਕੇ ਨਾਲ ਨਿਸ਼ਾਨਦੇਹੀ ਬਣਾਉਂਦੀ ਹੈ ਤੇ ਲੇਬਰ ਮਾਰਕੀਟ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਆਲੋਚਨਾ ਦੇ ਜਵਾਬ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸੀਬੀਸੀ ਨਾਲ ਡੂੰਘਾਈ ਨਾਲ ਇੱਕ ਇੰਟਰਵਿਊ ਕੀਤੀ ਤੇ ਉਸ ਵਿੱਚ ਨੀਤੀ ਦੇ ਬਚਾਅ ਦੀ ਜਿੱਥੇ ਗੱਲ ਕਰਦੇ ਉਹ ਨਜ਼ਰ ਆਏ। ਸਰਕਾਰ ਨੇ ਤਰਕ ਤੇ ਵਿਆਖਿਆ ਕੀਤੀ ਹੈ ਕਿ ਅਤੇ ਵਕਾਲਤ ਸਮੂਹ ਅਰਥਸ਼ਾਸਤਰੀਆਂ ਦੁਆਰਾ ਉਠਾਈ ਗਈਆਂ ਚਿੰਤਾਵਾਂ ਦਾ ਹੱਲ ਵੀ ਕੀਤਾ ਹੈ। ਤੇ ਉੱਥੇ ਦੱਸਦੇ ਕਿ ਇਸ ਇੰਟਰਵਿਊ ਦੇ ਵਿੱਚ ਖਾਸ ਤੌਰ ਤੇ ਕੁਝ ਕੁ ਗੱਲਾਂ ਦੇ ਉੱਪਰ ਖਾਸ ਤੌਰ ਤੇ ਮਾਰਕ ਮਿਲਰ ਨੇ ਆਪਣੇ ਜਵਾਬ ਜੋ ਦਿੱਤੇ, ਜਿਨ੍ਹਾਂ ਵਿੱਚ ਸਵਾਲ ਸਨ ਇਮੀਗ੍ਰੇਸ਼ਨ ਕਟੌਤੀ ਪਿੱਛੇ ਮਾਰਕ ਮਿਲਰ ਦਾ ਕੀ ਤਰਕ ਸੀ, ਪ੍ਰਵਾਸੀ ਅਧਿਕਾਰੀਆਂ ਦੇ ਵਕੀਲਾਂ ਤੇ ਵਪਾਰਕ ਸਮੂਹਾਂ ਦੇ ਉੱਪਰ ਪ੍ਰਤੀਕਿਰਿਆ, ਆਰਥਿਕ ਚਿੰਤਾਵਾਂ, ਇੱਕ ਨਾਜ਼ੁਕ ਸੰਤੁਲਨ ਐਕਟ, ਕਾਰੋਬਾਰ ਆਗੂ, ਕਰਮਚਾਰੀਆਂ ਦੇ ਪ੍ਰਭਾਵ ਦੇ ਸਵਾਲ ਕਰਦੇ, ਅੱਗੇ ਦਾ ਮਾਰਗ ਤੇ ਜਨਤਕ ਰਾਏ ਨੀਤੀ ਸੰਤੁਲਨ ਕਰਨਾ ਤੇ ਅੱਗੇ ਕੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ, ਜਿਸ ਵਿੱਚ ਪਹਿਲਾ ਇਮੀਗ੍ਰੇਸ਼ਨ ਕਟੌਤੀ ਪਿੱਛੇ ਮਾਰਕ ਮਿਲਰ ਦਾ ਆਪਣਾ ਤਰਕ ਕੀ ਹੈ। ਮੰਤਰੀ ਮਾਰਕ ਮਿਲਰ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਇਮੀਗ੍ਰੇਸ਼ਨ ਪੱਧਰ ਨੂੰ ਘਟਾਉਣ ਦੇ ਫੈਸਲੇ ਦਾ ਉਦੇਸ਼ ਰਿਹਾਇਸ਼ ਅਤੇ ਸਮਾਜਿਕ ਸੇਵਾਵਾਂ ਦੇ ਦਬਾਅ ਨੂੰ ਘੱਟ ਕਰਨਾ। ਆਮ ਕੈਨੇਡੀਅਨ ਤੋਂ ਬਹੁਤ ਸਾਰੀਆਂ ਸਕਾਰਾਤਮਕ ਪ੍ਰਤੀਕਿਰਿਆਵਾਂ ਆਈਆਂ ਨੇ। ਮਿਲਰ ਨੇ ਕਿਹਾ ਕਿ ਕਟੌਤੀ ਨੂੰ ਆਬਾਦੀ ਦੇ ਵਾਧੇ ਨਾਲ ਸੰਬੰਧਿਤ ਚੁਣੌਤੀ ਨੂੰ ਹੱਲ ਕਰਨ ਲਈ ਇੱਕ ਵਾਜਬ ਕਦਮ ਵਜੋਂ ਤਿਆਰ ਕੀਤਾ ਗਿਆ। ਮਿਲਰ ਨੇ ਦਲੀਲ ਦਿੱਤੀ ਕਿ ਜਦੋਂ ਕਿ ਕੈਨੇਡਾ ਦੀ ਭਵਿੱਖ ਲਈ ਇਮੀਗ੍ਰੇਸ਼ਨ ਮਹੱਤਵਪੂਰਨ ਹੈ, ਬੇਕਾਬੂ ਪ੍ਰਵਾਸ ਅਸਥਿਰ ਹੈ, ਉਸਨੇ ਸਾਵਧਾਨੀ ਨਾਲ ਪ੍ਰਤੀਬੰਧਿਤ ਮਾਈਗ੍ਰੇਸ਼ਨ ਯੋਜਨਾ ਦੀ ਜ਼ਰੂਰਤ ਨੂੰ ਸਵੀਕਾਰ ਕੀਤਾ। ਨੋਟ ਕੀਤਾ ਕਿ ਖੁੱਲ੍ਹੀਆਂ ਸਰਹੱਦਾਂ ਤੇ ਅਸੀਮਤ ਪ੍ਰਭਾਵ ਬਿਲਕੁਲ ਹੱਲ ਨਹੀਂ ਹੈ। ਮਿਲਰ ਨੇ ਇਹ ਵੀ ਆਖਿਆ ਕਿ ਅਸੀਂ ਇੱਕ ਯੋਜਨਾ ਬਣਾਈ ਹੈ ਜੋ ਕੈਨੇਡੀਅਨਾਂ ਲਈ ਕੰਮ ਕਰਦੀ ਹੈ ਅਤੇ ਨਿਰੰਤਰ ਮਾਈਗ੍ਰੇਸ਼ਨ ਲਈ ਇੱਕ ਮਾਰਗ ਪੇਸ਼ ਕਰਦੀ ਹੈ। ਇਹ ਵੋਟਾਂ ਜਿੱਤਣ ਦੀ ਕੋਸ਼ਿਸ਼ ਕਰਨ ਬਾਰੇ ਨਹੀਂ ਹੈ, ਇਹ ਜ਼ਿੰਮੇਵਾਰ ਸ਼ਾਸਨ ਬਾਰੇ ਹੈ। ਪ੍ਰਵਾਸੀ ਅਧਿਕਾਰ ਦੇ ਵਕੀਲਾਂ ਦੇ ਵਪਾਰਕ ਸਮੂਹਾਂ ਤੋਂ ਪ੍ਰਤੀਕਿਰਿਆ ਤੇ ਬੋਲਦੇ ਹੋਏ ਮਿਲਰ ਨੇ ਭਰੋਸੇ ਦੇ ਬਾਵਜੂਦ ਪ੍ਰਵਾਸੀ ਅਧਿਕਾਰੀਆਂ ਸਮੂਹਾਂ ਦੀ ਨੀਤੀ ਤੇ ਸਖਤ ਆਲੋਚਨਾ ਕੀਤੀ ਹੈ। ਦਲੀਲ ਦਿੱਤੀ ਹੈ ਕਿ ਕਟੌਤੀ ਕਮਜ਼ੋਰ ਭਾਈਚਾਰੇ ਨੂੰ ਨੁਕਸਾਨ ਪਹੁੰਚਾਏਗੀ। ਪ੍ਰਵਾਸੀ ਅਧਿਕਾਰ ਨੈਟਵਰਕ ਦੇ ਨੁਮਾਇੰਦੇ ਹੁਸੈਨ ਨੇ ਸਾਵਧਾਨ ਕੀਤਾ ਕਿ ਵਾਰਕ ਚਿੰਤਾਵਾਂ ਦੀ ਬਜਾਏ ਰਾਜਨੀਤਿਕ ਰਣਨੀਤੀ ਦੀ ਤਬਦੀਲੀ ਲਿਆ ਰਹੀ ਹੈ। ਹੁਸੈਨ ਨੇ ਕਿਹਾ ਕਿ 10 ਲੱਖ ਲੋਕਾਂ ਨੂੰ ਕੈਨੇਡਾ ਤੋਂ ਬਾਹਰ ਜਾਣ ਦਾ ਖਤਰਾ ਹੈ, ਜੋ ਪ੍ਰਧਾਨ ਮੰਤਰੀ ਆਪਣੇ ਫੋਨ ਨੰਬਰਾਂ ਨੂੰ ਵਧਾ ਸਕਣ। ਰਿਹਾਇਸ਼ ਬਾਰੇ ਨਹੀਂ ਹੈ, ਇਹ ਰਣਨੀਤਿਕ ਗੱਲ ਬਾਰੇ, ਜਿੱਥੇ ਇਸ ਦੇ ਉੱਪਰ ਹੋਰ ਵੀ ਗੱਲਬਾਤ ਉਹਨਾਂ ਵੱਲੋਂ ਕੀਤੀ ਗਈ ਹੈ। ਪ੍ਰਤੀਕਿਰਿਆ ਵਿਆਪਕ ਡਰ ਦਰਸਾਉਂਦਾ ਇਮੀਗ੍ਰੇਸ਼ਨ ਕਟੌਤੀ ਕੈਨੇਡਾ ਵਿੱਚ ਪ੍ਰਵਾਸੀ ਵਿਰੋਧੀ ਭਾਵਨਾ ਨੂੰ ਵਧਾ ਸਕਦੇ ਨੇ, ਜਿਵੇਂ ਕਿ ਸੰਯੁਕਤ ਰਾਸ਼ਟਰ ਯੂਨਾਈਟਿਡ ਕਿੰਗਡਮ ਵਿੱਚ ਦੇਖੇ ਗਏ ਰੁਝਾਨਾਂ ਵਾਂਗ। ਕੁਝ ਕੁ ਕਾਰਕੁਨਾਂ ਨੇ ਸਰਕਾਰ ਤੇ ਇਮੀਗ੍ਰੈਂਟਸ ਨੂੰ ਰਿਹਾਇਸ਼ ਦੀ ਘਾਟ ਤੇ ਆਰਥਿਕ ਚੁਣੌਤੀਆਂ ਲਈ ਬਲੀ ਦੇ ਬੱਕਰੇ ਵਜੋਂ ਵਰਤਣ ਦਾ ਦੋਸ਼ ਲਗਾਇਆ। ਇੱਕ ਭਾਵਨਾ ਨੂੰ ਮਿਲਰ ਨੇ ਜ਼ੋਰਦਾਰ ਢੰਗ ਨਾਲ ਨਕਾਰਿਆ। ਇਹ ਫੈਸਲੇ ਪਿੱਛੇ ਨਕਸਲਵਾਦ ਨਹੀਂ ਹੈ। ਮਿਲਰ ਨੇ ਜਵਾਬ ਦਿੱਤਾ, ਸਾਡਾ ਟੀਚਾ ਕੈਨੇਡਾ ਵਿੱਚ ਬਣੀ ਇਮੀਗ੍ਰੇਸ਼ਨ ਸਹਿਮਤੀ ਦੀ ਰੱਖਿਆ ਕਰਨਾ ਅਤੇ ਟਿਕਾਊ ਮਾਈਗ੍ਰੇਸ਼ਨ ਨੂੰ ਯਕੀਨੀ ਬਣਾਉਣਾ ਹੈ।
ਆਰਥਿਕ ਚਿੰਤਾਵਾਂ ਇੱਕ ਨਾਜ਼ੁਕ ਸੰਤੁਲਨ ਐਕਟ ਹੈ। ਅਰਥਸ਼ਾਸਤਰੀ ਇਹ ਵੀ ਚਿੰਤਾ ਜ਼ਾਹਰ ਕਰ ਰਹੇ ਨੇ ਕਿ ਇਮੀਗ੍ਰੇਸ਼ਨ ਵਿੱਚ ਕਮੀ ਜਿੱਥੇ ਫਲੈਟ ਲਾਈਨ ਆਰਥਿਕ ਵਿਕਾਸ ਵੱਲ ਲੈ ਜਾਂਦੀ ਹੈ। ਤੇ ਦੱਸ ਦਈਏ ਕਿ ਇਸ ਦੇ ਅਰਥਸ਼ਾਸਤਰੀ ਰੇਵਿਕਾ ਯੰਗ ਨੇ ਚੇਤਾਵਨੀ ਦਿੱਤੀ ਹੈ ਕਿ ਪਿਛਲੇ ਸਾਲ ਇਮੀਗ੍ਰੇਸ਼ਨ ਵਾਧਾ ਬਹੁਤ ਗਰਮ ਸੀ ਅਤੇ ਇਸ ਸਾਲ ਕਟੌਤੀ ਬਹੁਤ ਠੰਡੇ ਹੋਣ ਦਾ ਖਤਰਾ ਹੈ। ਆਰਥਿਕ ਇਮੀਗ੍ਰੇਸ਼ਨ ਹਮੇਸ਼ਾ ਕੈਨੇਡੀਅਨ ਆਰਥਿਕਤਾ ਵਿੱਚ ਇੱਕ ਵੱਡਾ ਯੋਗਦਾਨ ਰਿਹਾ ਹੈ। ਮਿਲਰ ਨੇ ਇਹਨਾਂ ਚਿੰਤਾਵਾਂ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਰਣਨੀਤੀ ਮਾਨਵਵਾਦੀ ਟੀਚਿਆਂ ਨਾਲ ਆਰਥਿਕ ਲੋੜਾਂ ਨੂੰ ਧਿਆਨ ਨਾਲ ਸੰਤੁਲਿਤ ਕਰਨਾ ਚਾਹੀਦਾ ਹੈ, ਜਦੋਂ ਕਿ ਅਰਥਸ਼ਾਸਤਰੀ ਦੇ ਨਜ਼ਰੀਏ ਦੀ ਆਦਰ ਕਰਦੇ ਹਾਂ। ਮਿਲਰ ਵੱਲੋਂ ਇਹ ਗੱਲ ਆਖੀ ਗਈ। ਇਮੀਗ੍ਰੇਸ਼ਨ ਸੰਖਿਆ ਤੋਂ ਵੱਧ ਹੈ, ਪਰ ਇਸ ਵਿੱਚ ਪਰਿਵਾਰਕ ਪੁਨਰ ਏਕੀਕਰਨ, ਮਾਨਵਵਾਦੀ ਯਤਨਾਂ ਤੇ ਸਮਰਥਨਾਂ ਤੇ ਕਿਊਬਕ ਤੋਂ ਬਾਹਰ ਫ੍ਰੈਂਕੋਫੋਨ ਭਾਈਚਾਰੇ ਦੀ ਜੀਵਨਤਾ ਨੂੰ ਕਾਇਮ ਰੱਖਣਾ ਵੀ ਸ਼ਾਮਲ ਹੈ। ਉਸਨੇ ਇਹ ਵੀ ਦੱਸਿਆ ਕਿ ਕੈਨੇਡਾ ਨੂੰ ਲੰਮੇ ਸਮੇਂ ਲਈ ਜਨਸੰਖਿਆ ਸੰਬੰਧੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ, ਜਿਸ ਵਿੱਚ ਵਧ ਰਹੀ ਆਬਾਦੀ, ਕਰਮਚਾਰੀਆਂ ਤੋਂ ਰਿਟਾਇਰ ਅਨੁਪਾਤ ਵਿੱਚ ਕਮੀ ਸ਼ਾਮਲ ਹੈ। 1973 ਵਿੱਚ ਕਰਮਚਾਰੀਆਂ ਤੋਂ ਰਿਟਾਇਰ ਅਨੁਪਾਤ 7.1 ਸੀ, ਪਰ ਅੱਜ ਇਹ 3.1 ਦੇ ਨੇੜੇ ਹੈ। ਸਾਨੂੰ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਾਡੇ ਸਮਾਜਿਕ ਸੇਵਾਵਾਂ ਨੂੰ ਕਾਇਮ ਰੱਖਣ ਲਈ ਸਾਡੇ ਕੋਲ ਨੌਜਵਾਨ ਕਰਮਚਾਰੀ ਨੇ। ਕਾਰੋਬਾਰੀ ਆਗੂ ਕਰਮਚਾਰੀ ਅਤੇ ਪ੍ਰਭਾਵ ਦਾ ਸਵਾਲ ਕਰਦੇ ਨੇ। ਇਮੀਗ੍ਰੇਸ਼ਨ ਵਿੱਚ ਕਟੌਤੀ ਦੇ ਵਪਾਰਕ ਸਮੂਹਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ, ਜਿਨ੍ਹਾਂ ਨੂੰ ਡਰ ਹੈ ਕਿ ਅਸਥਾਈ ਵਿਦੇਸ਼ੀ ਕਾਮਿਆਂ ਦੀ ਕਮੀ ਖੇਤਰਾਂ ਵਿੱਚ ਮਜ਼ਦੂਰਾਂ ਦੀ ਘਾਟ ਨੂੰ ਵਧਾ ਦੇਵੇਗੀ। ਜੋ ਇਮੀਗ੍ਰੇਸ਼ਨ ਪੱਧਰ ਘਟਾਏ ਜਾਂਦੇ ਨੇ ਤਾਂ ਕਾਰੋਬਾਰ ਨੂੰ ਕਾਮੇ ਕਿੱਥੋਂ ਮਿਲਣਗੇ? ਕੁਝ ਕਾਰੋਬਾਰੀ ਨੇਤਾਵਾਂ ਨੇ ਚਿੰਤਾ ਜ਼ਾਹਰ ਕਰਦੀ ਹੈ ਤੇ ਨੀਤੀ ਆਰਥਿਕਤਾ ਰਿਕਵਰੀ ਦੇ ਯਤਨਾਂ ਵਿੱਚ ਵਿਘਨ ਪਾ ਸਕਦੀ ਹੈ। ਮਿਲਰ ਖਾਸ ਕਰਕੇ ਇਸ ਇੰਟਰਵਿਊ ਵਿੱਚ ਹੋਰ ਕਈ ਗੱਲਾਂ ਉੱਪਰ ਵੀ ਗੱਲਬਾਤ ਕਰਦੇ ਨਜ਼ਰ ਆਏ ਤੇ ਉੱਥੇ ਦੱਸ ਦਈਏ ਕਿ ਅੱਗੇ ਦੀ ਰਣਨੀਤੀ ਨੂੰ ਸੰਤੁਲਿਤ ਕਰਨਾ। ਮਿਲਰ ਨੇ ਇਹ ਗੱਲ ਆਖੀ ਹੈ, ਇਸ ਗੱਲ ਦੇ ਉੱਪਰ ਜ਼ੋਰ ਦਿੱਤਾ ਕਿ ਇਮੀਗ੍ਰੇਸ਼ਨ ਕਟੌਤੀ ਪਿਛਲੇ ਸਾਲ ਇਕੱਠੀਆਂ ਹੋਈਆਂ ਜਨਤਕ ਭਾਵਨਾਵਾਂ ਨੂੰ ਦਰਸਾਉਂਦੀ ਹੈ। ਬਹੁਤ ਸਾਰੇ ਕੈਨੇਡੀਅਨਾਂ ਨੇ ਤੇਜ਼ੀ ਨਾਲ ਆਬਾਦੀ ਦੇ ਵਾਧੇ ਤੇ ਰਿਹਾਇਸ਼ਾਂ ਤੇ ਪ੍ਰਭਾਵ ਬਾਰੇ ਚਿੰਤਾਵਾਂ ਪ੍ਰਗਟਾਅ ਕੀਤੀਆਂ ਨੇ। ਹਾਲਾਂਕਿ ਉਸਨੇ ਅਹਿਮੀਅਤ ਲੋਕਾਂ ਨਾਲ ਉਸ ਉਸਾਰੂ ਗੱਲਬਾਤ ਨੂੰ ਬਣਾਈ ਰੱਖਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ, ਜਿਨ੍ਹਾਂ ਵਿੱਚ ਇਮੀਗ੍ਰੇਸ਼ਨ ਵਿਰੋਧੀ ਵਿਚਾਰ ਰੱਖਣ ਵੀ ਸ਼ਾਮਲ ਨੇ। ਮਿਲਰ ਨੇ ਕਿਹਾ ਕਿ ਸਾਨੂੰ ਉਹਨਾਂ ਲੋਕਾਂ ਨਾਲ ਜੁੜਨ ਦੀ ਲੋੜ ਹੈ ਜੋ ਇਮੀਗ੍ਰੇਸ਼ਨ ਬਾਰੇ ਵੱਖੋ ਵੱਖਰੇ ਨਜ਼ਰੀਏ ਰੱਖਦੇ ਨੇ। ਅਸੀਂ ਉਹਨਾਂ ਦੀਆਂ ਚਿੰਤਾਵਾਂ ਨੂੰ ਨਕਸਲਵਾਦੀ ਕਹਿ ਕੇ ਖਾਰਜ ਨਹੀਂ ਕਰ ਸਕਦੇ, ਪਰ ਅਸੀਂ ਵੰਡਣ ਵਾਲੀ ਬਿਆਨਬਾਜ਼ੀ ਨੂੰ ਜੜ ਫੜਨ ਦੀ ਵੀ ਇਜਾਜ਼ਤ ਨਹੀਂ ਦੇ ਸਕਦੇ। ਮੰਤਰੀ ਨੇ ਇੱਕ ਟਿਕਾਊ ਇਮੀਗ੍ਰੇਸ਼ਨ ਪ੍ਰਣਾਲੀ ਬਣਾਉਣ ਲਈ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਸਮਾਪਤ ਕੀਤਾ, ਜੋ ਆਰਥਿਕ, ਮਾਨਵਵਾਦੀ ਅਤੇ ਸਮਾਜਿਕ ਉਦੇਸ਼ਾਂ ਨੂੰ ਸੰਤੁਲਿਤ ਕਰਦਾ ਹੈ। ਮਿਲਰ ਨੇ ਨੋਟ ਕੀਤਾ ਕਿ ਕੈਨੇਡਾ ਦੁਨੀਆ ਭਰ ਤੋਂ ਮਨਭਾਉਂਦੇ ਸਥਾਨਾਂ ਵਿੱਚ ਸਾਡੀ ਚੁਣੌਤੀ ਇਹ ਯਕੀਨੀ ਬਣਾਉਂਦੀ ਹੈ ਕਿ ਸਾਡੀ ਇਮੀਗ੍ਰੇਸ਼ਨ ਪ੍ਰਣਾਲੀ ਦੇਸ਼ ਦੀਆਂ ਲੋੜਾਂ ਅਤੇ ਇਸ ਦੀ ਕਦਰਾਂ ਕੀਮਤਾਂ ਨੂੰ ਦਰਸਾਉਂਦੀ ਹੈ। ਤੇ ਅੱਗੇ ਕੀ ਹੈ? ਫੈਡਰਲ ਸਰਕਾਰ ਦੀ ਇਮੀਗ੍ਰੇਸ਼ਨ ਰਣਨੀਤੀ ਆਉਣ ਵਾਲੇ ਮਹੀਨਿਆਂ ਵਿੱਚ ਇੱਕ ਗਰਮ ਵਿਸ਼ਾ ਰਹਿਣ ਦੀ ਸੰਭਾਵਨਾ। ਵਿਰੋਧੀ ਧਿਰ, ਖਾਸ ਕਰਕੇ ਵਿਰੋਧੀ ਪਾਰਟੀਆਂ ਅਤੇ ਵਕਾਲਤ ਸਮੂਹਾਂ ਦੁਆਰਾ ਟਰੂਡੋ ਪ੍ਰਸ਼ਾਸਨ 'ਤੇ ਦਬਾਅ ਬਣਾਏ ਰੱਖਣ ਦੀ ਉਮੀਦ ਹੈ। ਜਿਵੇਂ ਕਿ ਸਰਕਾਰ ਸੁਸ਼ੋਭਿਤ ਇਮੀਗ੍ਰੇਸ਼ਨ ਪੱਧਰ ਯੋਜਨਾ ਨੂੰ ਅੱਗੇ ਵਧਾ ਰਹੀ ਹੈ, ਇੱਕ ਮੁੱਖ ਸਵਾਲ ਬਾਕੀ ਰਹਿੰਦਾ। ਨੀਤੀ ਆਰਥਿਕਤਾ ਅਤੇ ਉਦਯੋਗ ਵਿੱਚ ਮਜ਼ਦੂਰਾਂ ਦੀ ਘਾਟ ਨੂੰ ਕਿਵੇਂ ਪ੍ਰਭਾਵਿਤ ਕਰੇਗੀ? ਕੀ ਸਰਕਾਰ ਕਟੌਤੀਆਂ ਤੋਂ ਪ੍ਰਭਾਵਿਤ ਪ੍ਰਵਾਸੀਆਂ ਦੀ ਸਹਾਇਤਾ ਲਈ ਨਵੇਂ ਉਪਾਅ ਕਰੇਗੀ? ਘਟੇ ਹੋਏ ਇਮੀਗ੍ਰੇਸ਼ਨ ਦੇ ਲੰਮੇ ਸਮੇਂ ਦੇ ਆਰਥਿਕ ਪ੍ਰਭਾਵ ਨੂੰ ਜਨਤਾ ਕਿਵੇਂ ਜਵਾਬ ਦੇਵੇਗੀ? ਟਰੂਡੋ ਸਰਕਾਰ ਦਾ ਇਹ ਫੈਸਲਾ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀਆਂ ਵਿੱਚ ਇੱਕ ਅਹਿਮ ਪਲ ਹੈ ਕਿ ਇਹ ਯੋਜਨਾ ਆਪਣੇ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰਦੀ ਹੈ ਜਾਂ ਰਾਜਨੀਤਿਕ ਵੰਡ ਨੂੰ ਡੂੰਘਾ ਕਰਦੀ ਹੈ। ਆਉਣ ਵਾਲੇ ਮਹੀਨਿਆਂ ਵਿੱਚ ਇਹ ਸਪਸ਼ਟ ਹੋ ਜਾਵੇਗਾ। ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼। ਹੋਰ ਖਬਰਾਂ ਦੇਖਣੀ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ।